ਆਪ ਸਭ ਨੂੰ ਸਤਿ ਸ਼੍ਰੀ ਅਕਾਲ। ਦੋਸਤੋ, ਪੰਜਾਬ ਸਰਕਾਰ ਦੇ ਮੁਲਾਜ਼ਮ ਪੁਰਾਣੀ ਪੈਨਸ਼ਨ ਦੇ ਉੱਪਰ ਨੋਟੀਫਿਕੇਸ਼ਨ ਦੀ ਉਡੀਕ ਕਰ ਰਹੇ ਨੇ ਔਰ ਨੋਟੀਫਿਕੇਸ਼ਨ ਦੇ ਉੱਪਰ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਨੇ ਵੀ ਆਪਣਾ ਇੱਕ ਬਿਆਨ ਦਿੱਤਾ ਹੈ। ਇਸ ਤੋਂ ਇਲਾਵਾ ਨੀਤੀ ਆਯੋਗ ਦੇ ਸਾਬਕਾ ਚੇਅਰਮੈਨ ਅਰਵਿੰਦ ਪਾਨਗੜੀਆ ਸਾਹਿਬ ਨੇ ਵੀ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦੇ ਉੱਪਰ ਜਿਹੜੀ ਹੈ ਇੱਕ ਲੇਖ ਲਿਖਿਆ, ਜਿਸ ਤੋਂ ਲੈ ਕੇ ਪੰਜਾਬ ਦੀ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਜਿਹੜਾ ਸਖਤ ਵਿਰੋਧ ਕੀਤਾ ਗਿਆ ਔਰ ਇਸ ਦੇ ਉੱਪਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਆਪਣਾ ਇੱਕ ਬਿਆਨ ਵੀ ਜਾਰੀ ਕੀਤਾ ਗਿਆ। ਸੋ ਆਓ ਇਹ ਸਭ ਕੁਝ ਜਾਣਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ। ਸਭ ਤੋਂ ਪਹਿਲਾਂ ਦੋਸਤੋ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਦੇ ਐਲਾਨ ਤੋਂ ਬਾਅਦ ਮੁਲਾਜ਼ਮ ਨੋਟੀਫਿਕੇਸ਼ਨ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨੇ ਔਰ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਨੇ ਕਿਹਾ ਕਿ ਉਹ ਇਸ ਨੂੰ ਲੈ ਕੇ ਕਮਿਟਡ ਨੇ ਔਰ ਪੰਜਾਬ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਉੱਪਰ ਨੋਟੀਫਿਕੇਸ਼ਨ ਜਲਦ ਮਿਲੇਗੀ। ਉਹਨਾਂ ਨੇ ਕਿਹਾ ਕਿ ਨੋਟੀਫਿਕੇਸ਼ਨ ਨੂੰ ਹਰ ਪੱਖੋਂ ਪਰਪੱਕ ਕੀਤਾ ਜਾ ਰਿਹਾ ਹੈ, ਇਸੇ ਲਈ ਜਿਹੜਾ ਹੈ ਸਮਾਂ ਲੱਗ ਰਿਹਾ। ਮੈਂ ਦੱਸਦਾ ਕਿ ਪੁਰਾਣੀ ਪੈਨਸ਼ਨ ਦੇ ਉੱਪਰ ਇੱਕ ਐਕਟ ਜਿਹੜਾ ਹੈ, ਵੱਖਰਾ ਐਕਟ ਪੰਜਾਬ ਸਰਕਾਰ ਲੈ ਕੇ ਆ ਰਹੀ ਹੈ, ਯਾਨੀ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਜਿਹੜੀ ਹੈ ਉਹ ਹੂਬਹੂ ਜਿਹੜੀ ਹੈ ਸ਼ਾਇਦ ਨਾ ਮਿਲੇ। ਕੁਝ ਬਦਲਾਵ ਜਿਹੜੇ ਨੇ ਨਵੀਂ ਪੈਨਸ਼ਨ ਦੇ ਵਿੱਚ ਹੀ ਕੀਤੇ ਜਾ ਸਕਦੇ ਨੇ। ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈ ਸਾਹਮਣੇ ਆ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਨੋਟੀਫਿਕੇਸ਼ਨ ਜਾਰੀ ਹੋਵੇਗੀ ਤਾਂ ਉਸ ਨੂੰ ਪੜ੍ਹ ਕੇ ਹੀ ਦੱਸਿਆ ਜਾ ਸਕਦਾ ਹੈ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਨੋਟੀਫਿਕੇਸ਼ਨ ਦੇ ਵਿੱਚ ਮੁਲਾਜ਼ਮਾਂ ਦੇ ਲਈ ਕੀ ਕੁਛ ਹੈ। ਇਸ ਤੋਂ ਬਾਅਦ ਦੋਸਤੋ ਇੱਕ ਵੱਡੀ ਖਬਰ ਦੇ ਉੱਪਰ ਗੱਲ ਕਰਾਂਗੇ ਕਿ ਨੀਤੀ ਆਯੋਗ ਦੇ ਸਾਬਕਾ ਚੇਅਰਮੈਨ ਅਰਵਿੰਦ ਸਾਹਿਬ ਨੇ ਇੱਕ ਲੇਖ ਜਿਹੜਾ ਹੈ ਅਖਬਾਰ ਦੇ ਵਿੱਚ ਲਿਖਿਆ ਔਰ ਇਸ ਤੋਂ ਬਾਅਦ ਪੰਜਾਬ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਗਿਆ ਹੈ। ਪਾਨਗੜੀਆ ਸਾਹਿਬ ਨੇ ਲਿਖਿਆ ਹੈ, ਜੋ ਸਾਬਕਾ ਚੇਅਰਮੈਨ ਨੇ ਨੀਤੀ ਆਯੋਗ ਦੇ, ਕਿ ਵੱਖ-ਵੱਖ ਰਾਜ ਸਰਕਾਰਾਂ ਜੋ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਐਲਾਨ ਕਰ ਰਹੀਆਂ ਨੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਪੁਰਾਣੀ ਪੈਨਸ਼ਨ ਦਾ ਐਲਾਨ ਕਰਨ ਦੇ ਨਾਲ ਰਾਜ ਸਰਕਾਰਾਂ ਤੇ ਭਾਰੀ ਬੋਝ ਪਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਫ੍ਰੀ ਚੀਜ਼ਾਂ ਦੇਣਾ ਇੱਕ ਵੱਖਰੀ ਗੱਲ ਹੈ, ਕਿਉਂਕਿ ਉਸ ਦੇ ਨਾਲ ਕਿਸੇ ਵੀ ਰਾਜ ਦੇ ਅਰਥਚਾਰੇ ਦੇ ਉੱਤੇ ਵੱਡਾ ਦਬਾਅ ਨਹੀਂ ਪੈਂਦਾ। ਪਰ ਜੋ ਹੁਣ ਦੀਆਂ ਸਰਕਾਰਾਂ ਪੁਰਾਣੀ ਪੈਨਸ਼ਨ ਦਾ ਐਲਾਨ ਕਰ ਰਹੀਆਂ ਨੇ ਵੱਖ-ਵੱਖ ਸਰਕਾਰਾਂ, ਉਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ 2034 ਤੋਂ ਬਾਅਦ ਇਹਨਾਂ ਮੁਲਾਜ਼ਮਾਂ ਨੇ ਰਿਟਾਇਰ ਹੋਣਾ ਹੈ ਤਾਂ ਉਸ ਸਮੇਂ ਦੀਆਂ ਰਾਜ ਸਰਕਾਰਾਂ ਤੇ ਬੋਝ ਪੈ ਸਕਦਾ ਹੈ। ਸੋ ਉਹਨਾਂ ਦਾ ਮੰਨਣਾ ਹੈ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਜਿਹੜੀ ਹੈ ਇੱਕ ਸਹੀ ਫੈਸਲਾ ਰਾਜ ਸਰਕਾਰਾਂ ਵੱਲੋਂ ਨਹੀਂ ਕੀਤਾ ਜਾ ਰਿਹਾ। ਪਰ ਦੋਸਤੋ, ਇਸ ਤੋਂ ਬਾਅਦ ਪੰਜਾਬ ਦੀ ਇੱਕ ਪ੍ਰਮੁੱਖ ਜਥੇਬੰਦੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਇਸ ਦਾ ਸਖਤ ਨੋਟਿਸ ਲਿਆ ਗਿਆ ਔਰ ਉਹਨਾਂ ਨੇ ਅਖਬਾਰ ਦੇ ਵਿੱਚ ਹੀ ਜਿਹੜਾ ਹੈ ਨੀਤੀ ਆਯੋਗ ਦੇ ਸਾਬਕਾ ਚੇਅਰਮੈਨ ਸਾਹਿਬ ਦਾ ਜਿਹੜਾ ਹੈ ਇਸ ਬਿਆਨ ਦੇ ਉੱਪਰ ਆਪਣੀ ਇੱਕ ਟਿੱਪਣੀ ਵੀ ਜਿਹੜੀ ਹੈ ਉਹਨਾਂ ਨੇ ਕੀਤੀ ਹੈ। ਉਹਨਾਂ ਦਾ ਮੰਨਣਾ ਹੈ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦਾ ਇਹ ਮੰਨਣਾ ਹੈ ਕਿ ਅਰਥ ਸ਼ਾਸਤਰੀ ਸਾਹਿਬ ਜੋ ਨੀਤੀ ਆਯੋਗ ਦੇ ਸਾਬਕਾ ਚੇਅਰਮੈਨ ਸਾਹਿਬ ਨੇ, ਉਹਨਾਂ ਨੇ ਪੰਜਾਬ ਦੇ ਹੀ ਨਹੀਂ ਬਲਕਿ ਵੱਖ-ਵੱਖ ਰਾਜ ਸਰਕਾਰਾਂ ਦੇ ਜੋ ਮੁਲਾਜ਼ਮ ਨੇ ਉਹਨਾਂ ਦੇ ਰਿਟਾਇਰਮੈਂਟ ਤੋਂ ਬਾਅਦ ਜੋ ਉਹਨਾਂ ਦੀ ਜੀਵਨ ਹੈ ਉਸ ਬਾਰੇ ਜਿਹੜੀ ਹੈ ਕੋਈ ਟਿੱਪਣੀ ਨਹੀਂ ਕੀਤੀ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਆਪਣੇ ਇਸ ਲੇਖ ਦੇ ਵਿੱਚ ਡੀਐਸ ਨਕਾਰਾ ਬਨਾਮ ਭਾਰਤ ਸਰਕਾਰ ਦੇ ਇੱਕ ਸੁਪਰੀਮ ਕੋਰਟ ਦੇ ਕੇਸ ਦਾ ਜਿਹੜਾ ਹੈ ਵੇਰਵਾ ਇੱਥੇ ਜ਼ਾਹਰ ਕੀਤਾ, ਜਿਸ ਦੇ ਮੁਤਾਬਕ, ਇਸ ਕੇਸ ਦੇ ਮੁਤਾਬਕ ਪੈਨਸ਼ਨ ਕੋਈ ਬਖਸ਼ੀਸ਼ ਜਾਂ ਭੀਖ ਨਹੀਂ ਹੈ, ਸਗੋਂ ਕਰਮਚਾਰੀਆਂ ਦੀਆਂ ਉਮਰ ਭਰ ਨਿਭਾਈਆਂ ਸੇਵਾਵਾਂ ਦਾ ਫਲ ਹੈ। ਸੋ ਇਸ ਫੈਸਲੇ ਨੂੰ ਭਾਰਤੀ ਕਰਮਚਾਰੀਆਂ ਦਾ ਇੱਕ ਮੈਗਨਾ ਕਾਰਟਾ ਵੀ ਕਿਹਾ ਜਾਂਦਾ। ਸਰਕਾਰ ਦੇ ਇਸ ਫੈਸਲੇ ਦੇ ਉਲਟ ਹੀ ਨਹੀਂ ਗਈ ਸੀ, ਬਲਕਿ ਸੰਵਿਧਾਨਕ ਆਰਟੀਕਲ 21, 38 ਅਤੇ 41 ਦੀ ਵੀ ਜਿਹੜੀ ਹੈ ਉਲੰਘਣਾ ਕੀਤੀ ਗਈ ਹੈ। ਦੇਸ਼ ਨੂੰ ਕਰਮਚਾਰੀ ਹੀ ਚਲਾਉਂਦੇ ਹਨ, ਸੋ ਉਹੀ ਸਰਕਾਰ ਹਨ। ਜੇਕਰ ਸਰਕਾਰ ਦੇ ਅਹਿਮ ਅੰਗ ਨੂੰ ਪੈਨਸ਼ਨ ਸਹੂਲਤਾਂ ਮਿਲਣ ਤਾਂ ਉਪਰੋਕਤ ਵਿਦਵਾਨਾਂ ਮੁਤਾਬਕ ਇਹ ਅਨੈਤਿਕ ਹੈ। ਕਾਰਪੋਰੇਟ ਘਰਾਣਿਆਂ ਨੂੰ ਹਜ਼ਾਰਾਂ ਕਰੋੜ ਦੇ ਕਰਜ਼ੇ ਮਾਫ ਕਰਨੀ ਨੈਤਿਕਤਾ ਹੈ ਜਾਂ ਫਿਰ ਅਨੈਤਿਕਤਾ, ਇਹ ਵਿਚਾਰ ਨਹੀਂ ਕਰਦੇ। ਹੋਰਨਾਂ ਦੇਸ਼ਾਂ ਦੇ ਵਿੱਚ ਜਿਹੜਾ ਪੈਨਸ਼ਨ ਦਾ ਖਰਚ ਕਿੰਨਾ ਹੁੰਦਾ ਹੈ ਇਹ ਵੀ ਜਿਹੜਾ ਹੈ ਦੇਖਿਆ ਜਾਵੇ। ਭਾਰਤ ਦੇ ਵਿੱਚ ਫਿਲਹਾਲ GDP ਦਾ 1.7% ਹਿੱਸਾ ਜਿਹੜਾ ਪੈਨਸ਼ਨ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਹੈ। ਕੋਰੀਆ ਅਤੇ ਹਾਂਗਕਾਂਗ ਦੇ ਵਿੱਚ 2%, ਜਾਪਾਨ ਦੇ ਵਿੱਚ 9%, ਜਰਮਨੀ ਦੇ ਵਿੱਚ 12% ਤੇ ਇਟਲੀ ਦੇ ਵਿੱਚ ਲਗਭਗ GDP ਦਾ 14% ਹਿੱਸਾ ਜਿਹੜਾ ਹੈ ਉਹ ਪੈਨਸ਼ਨ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਹੈ। ਔਰ ਇੰਗਲੈਂਡ ਦੇ ਵਿੱਚ ਜਿਹੜੀ ਹੈ ਨੈਸ਼ਨਲ ਇਨਕਮ ਦਾ 10% ਹਿੱਸਾ ਜਿਹੜਾ ਹੈ ਪੈਨਸ਼ਨ ਅਤੇ ਭਲਾਈ ਦੇ ਲਈ ਦਿੱਤਾ ਜਾਂਦਾ ਹੈ। ਸੋ ਵੀਰਵਾਰ ਨੂੰ ਅਖਬਾਰ ਦੇ ਵਿੱਚ ਛਪੀਆਂ ਦੋਵੇਂ ਸਟੋਰੀਆਂ ਤੇ ਤਕਰੀਬਨ 2 ਲੱਖ ਕਰਮਚਾਰੀਆਂ ਦੀ ਸਮਾਜਿਕ ਸੁਰੱਖਿਆ ਦਾ ਖਤਮ ਹੋਣਾ ਬਿਆਨ ਨਹੀਂ ਕੀਤਾ ਗਿਆ। ਯਾਨੀ ਕਿ ਇਸ ਲੇਖ ਦੇ ਵਿੱਚ ਲਿਖਿਆ ਗਿਆ ਕਿ ਸਾਬਕਾ ਜੋ ਨੀਤੀ ਆਯੋਗ ਦੇ ਚੇਅਰਮੈਨ ਸਾਹਿਬ ਨੇ, ਉਹਨਾਂ ਨੇ ਜਿਹੜੇ ਪੰਜਾਬ ਦੇ 2 ਲੱਖ ਜਾਂ ਹੋਰ ਬਾਕੀ ਸੂਬਿਆਂ ਦੇ ਵਿੱਚ ਕਰਮਚਾਰੀ ਨੇ, ਸਰਕਾਰੀ ਕਰਮਚਾਰੀ, ਉਹਨਾਂ ਦੀ ਸਮਾਜਿਕ ਸੁਰੱਖਿਆ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਇਸ ਦੀ ਘਾਟ ਸਾਨੂੰ ਸਤਾਉਂਦੀ ਹੈ। ਨਵੀਂ ਪੈਨਸ਼ਨ ਸਕੀਮ ਦੇ ਵਿੱਚ ਨਾ ਤਾਂ ਸਾਨੂੰ ਸਾਡਾ
ਜਮ੍ਹਾਂ ਫੰਡ ਹੀ ਪੂਰਾ ਵਾਪਸ ਮੁੜਦਾ ਹੈ ਤੇ ਨਾ ਹੀ ਸਾਨੂੰ ਕੋਈ ਗੁਜ਼ਾਰੇ ਜੋਗੀ 5ਵੀਂ ਪੈਨਸ਼ਨ ਜਿਹੜੀ ਹੈ ਮਿਲਦੀ ਹੈ। ਸੋ NPS ਦਾ ਇੱਕ ਵੱਡਾ ਜਿਹੜਾ ਹੈ ਉਹ ਡਰਾਬੈਕ ਇੱਥੇ ਦੱਸਿਆ ਹੋਇਆ ਹੈ। ਇਹ ਮਾਰੂ ਸਕੀਮ ਸਾਡੇ ਲਈ ਹੀ ਮਾਰੂ ਨਹੀਂ, ਸਗੋਂ ਪੰਜਾਬ ਅਤੇ ਸਰਕਾਰ ਲਈ ਵੀ ਬਹੁਤ ਮਾਰੂ ਹੈ। ਜਿੱਥੇ ਕਿ ਗੱਲ ਆਉਂਦੀ ਹੈ ਕਿ ਪੰਜਾਬ ਸਰਕਾਰ ਨੂੰ ਫੰਡਾਂ ਦੀ ਘਾਟ ਜਿਹੜੀ ਹੈ ਇਸ ਦੇ ਨਾਲ ਹੋ ਸਕਦੀ ਹੈ ਜੇਕਰ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਂਦੀ ਹੈ। ਔਰ ਉਸ ਦੇ ਉੱਪਰ ਲਿਖਿਆ ਗਿਆ ਹੈ ਕਿਉਂਕਿ ਜੋ ਨਵੀਂ ਸਕੀਮ ਹੈ ਇਸ ਸਕੀਮ ਦੇ ਨਾਲ ਸਰਕਾਰ ਦਾ ਹਜ਼ਾਰਾਂ ਕਰੋੜ ਰੁਪਇਆ ਜਿਹੜਾ ਹੈ ਕਾਰਪੋਰੇਟ ਘਰਾਣਿਆਂ ਦੇ ਤਿਜੋਰੀਆਂ ਦੇ ਵਿੱਚ ਜਾ ਰਿਹਾ ਔਰ ਰਾਜ ਸਰਕਾਰ ਜਿਹੜੇ ਨੇ ਆਨੇ ਨੂੰ ਤਸਦੀਆਂ ਨੇ, ਘਾਟੇ ਦੇ ਵਿੱਚ ਜਾ ਰਹੀਆਂ ਨੇ। ਮੈਂ ਦੱਸਦਾ ਕਿ NPS ਦੇ ਵਿੱਚ ਮੁਲਾਜ਼ਮਾਂ ਦਾ ਜਿੱਥੇ 10% ਹਿੱਸਾ ਕੱਟਿਆ ਜਾਂਦਾ ਉੱਥੇ ਵੱਖ-ਵੱਖ ਰਾਜ ਸਰਕਾਰਾਂ ਜਿਹੜੀਆਂ ਨੇ ਕੁਝ 10% ਤੇ ਕੁਝ ਜਿਵੇਂ ਕਿ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ 14% ਹਿੱਸਾ ਜਿਹੜਾ ਸਰਕਾਰ ਜਮ੍ਹਾਂ ਕਰਾਉਂਦੀ ਹੈ, ਯਾਨੀ ਕਿ 24% ਹਿੱਸਾ ਜਿਹੜਾ ਹੈ ਕਿਸੇ ਕਰਮਚਾਰੀ ਦੀ ਤਨਖਾਹ ਦਾ ਉਹ ਵੱਖ-ਵੱਖ ਏਜੰਸੀਆਂ ਨੂੰ ਜਮ੍ਹਾਂ ਕਰਵਾਇਆ ਜਾਂਦਾ ਹੈ, ਕੇਂਦਰ ਦੀ ਏਜੰਸੀ ਨੂੰ ਜਮ੍ਹਾਂ ਕਰਵਾਇਆ ਜਾਂਦਾ ਹੈ। ਪੁਰਾਣੀ ਪੈਨਸ਼ਨ ਸਕੀਮ ਅਧੀਨ ਕਰਮਚਾਰੀਆਂ ਦਾ ਜਿੱਥੇ GPF ਸਰਕਾਰ ਦੇ ਖਜ਼ਾਨੇ 'ਚ ਜਾਂਦਾ ਸੀ ਉੱਥੇ 25 ਤੋਂ 30 ਸਾਲ ਤੱਕ ਉਹ ਜਿਹੜੀ ਰਾਸ਼ੀ ਹੈ GP ਫੰਡ ਦੇ ਵਿੱਚ ਉਹ ਸਰਕਾਰ ਜਿਹੜੀ ਹੈ ਵਰਤ ਵੀ ਸਕਦੀ ਹੈ। ਇੱਥੇ ਕੁਝ ਅੰਕੜੇ ਲਿਖੇ ਹੋਏ ਨੇ ਜਿੱਥੇ ਕਿ ਲਿਖਿਆ ਕਿ 31 ਮਾਰਚ 2021 ਤੱਕ ਪੰਜਾਬ ਸਰਕਾਰ ਦੇ ਲਗਭਗ 14,000 ਕਰੋੜ ਰੁਪਏ ਕਾਰਪੋਰੇਟ ਜਗਤ ਕੋਲ ਜਿਹੜੇ ਨੇ ਜਾ ਚੁੱਕੇ ਨੇ ਤੇ ਹਰ ਸਾਲ 2800 ਕਰੋੜ ਰੁਪਇਆ ਜਿਹੜਾ NPS ਫੰਡ ਦੇ ਰਾਹੀਂ ਜਿਹੜਾ ਹੈ ਪੰਜਾਬ ਸਰਕਾਰ ਦੇ ਖਜ਼ਾਨੇ 'ਚੋਂ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਲਈ ਪੈਨਸ਼ਨ ਬਹਾਲੀ ਦੇ ਫੈਸਲੇ ਲਾਗੂ ਹੋਣ ਦੇ ਨਾਲ ਪ੍ਰਾਈਵੇਟ ਕੰਪਨੀਆਂ ਕੋਲ ਜਾਣ ਵਾਲਾ ਪੈਸਾ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਰਹੇਗਾ ਔਰ ਇਸ ਦੇ ਨਾਲ ਹੀ ਲੋਕ ਭਲਾਈ ਦੇ ਜਿਹੜੇ ਪ੍ਰੋਗਰਾਮ ਨੇ, ਹੋਰ ਵਿਕਾਸ ਸਕੀਮਾਂ ਨੇ ਉਹ ਲਾਗੂ ਕੀਤੀਆਂ ਜਾ ਸਕਣਗੀਆਂ। ਇਹ ਫਾਇਦੇ ਦੱਸੇ ਜਾ ਰਹੇ ਨੇ ਪੁਰਾਣੀ ਪੈਨਸ਼ਨ ਦੇ। ਪਿਛਲੇ ਮਹੀਨੇ ਛੱਤੀਸਗੜ੍ਹ, ਰਾਜਸਥਾਨ ਅਤੇ ਝਾਰਖੰਡ ਦੀਆਂ ਸਰਕਾਰਾਂ ਨੇ ਜੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਹੈ। ਇਸ ਸਮੇਂ ਸਕੀਮ ਨੂੰ ਵਿੱਤੀ ਸੰਕਟ ਦੇ ਨਾਲ ਜੂਝ ਰਹੇ ਰਾਜਾਂ ਦੇ ਲਈ ਸੰਜੀਵਨੀ ਬੂਟੀ ਵੀ ਜਿਹੜਾ ਹੈ ਉੱਥੇ ਦੱਸਿਆ ਗਿਆ ਹੈ। ਉਹਨਾਂ ਨੇ ਅਖਬਾਰਾਂ ਦੇ ਵਿੱਚ ਪੂਰੇ ਇਸ਼ਤਿਹਾਰ ਦੇ ਕੇ ਪੁਰਾਣੀ ਪੈਨਸ਼ਨ ਸਕੀਮ ਦੇ ਲਾਭ ਤੇ ਨੁਕਸਾਨ ਦੱਸੇ ਹਨ। ਰਾਜਸਥਾਨ ਸਰਕਾਰ ਨੇ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਤੋਂ ਆਪਣੇ ਰਾਜ ਦਾ ਪੈਨਸ਼ਨ ਫੰਡ 39,000 ਕਰੋੜ ਰੁਪਇਆ ਵਾਪਸ ਮੰਗਿਆ ਹੈ ਔਰ ਇਸ ਤਰ੍ਹਾਂ 39,000 ਕਰੋੜ ਰੁਪਇਆ ਜਿਹੜਾ ਹੈ ਰਾਜਸਥਾਨ ਸਰਕਾਰ ਦੇ ਖਜ਼ਾਨੇ ਦੇ ਵਿੱਚ ਆਉਣ ਦੇ ਨਾਲ ਭਲਾਈ ਸਕੀਮਾਂ ਦੇ ਵਿੱਚ ਜਿਹੜੀ ਹੈ ਉਹ ਤਬਦੀਲੀ ਲੈ ਕੇ ਆਂਦੀ ਜਾ ਸਕਦੀ ਹੈ ਔਰ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਹੋਣ ਦੇ ਨਾਲ 2.25 ਲੱਖ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੀ ਸਮਾਜਿਕ ਸੁਰੱਖਿਆ ਅਤੇ ਬੁਢਾਪੇ ਦੀ ਡਗੋਰੀ ਜਿਹੜੀ ਹੈ ਉਹਨਾਂ ਦੇ ਸਪੁਰਦ ਹੋਵੇਗੀ ਤੇ ਨਾਲ ਹੀ ਸਰਕਾਰ ਦੀ ਪੰਜਾਬ ਦੇ ਵਿਕਾਸ ਅਤੇ ਇਨਕਲਾਬੀ ਸੁਧਾਰਾਂ ਵਾਲੀ ਜ਼ਿੰਮੇਵਾਰੀ ਵੀ ਪੂਰੀ ਹੋ ਸਕਦੀ ਹੈ। ਔਰ ਇਹ ਕਾਊਂਟਰ ਜਵਾਬ ਹੈ ਭਾਰਤ ਦੇ ਨੀਤੀ ਆਯੋਗ ਦੇ ਸਾਬਕਾ ਚੇਅਰਮੈਨ ਸਾਹਿਬ ਅਰਵਿੰਦ ਪਨਗੜੀਆ ਸਾਹਿਬ ਨੇ ਜੋ ਲਿਖਿਆ ਕਿ ਪੁਰਾਣੀ ਪੈਨਸ਼ਨ ਬਹਾਲ ਕਰਨਾ ਰਾਜ ਸਰਕਾਰਾਂ ਦੇ ਲਈ ਸਹੀ ਨਹੀਂ ਹੋਵੇਗਾ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਮੰਨਣਾ ਹੈ ਕਿ ਨੀਤੀ ਆਯੋਗ ਦੇ ਸਾਬਕਾ ਚੇਅਰਮੈਨ ਸਾਹਿਬ ਨੇ ਸਮਾਜਿਕ ਸੁਰੱਖਿਆ ਦੀ ਗੱਲ ਜਿਹੜੀ ਹੈ ਇਹਨਾਂ ਮੁਲਾਜ਼ਮਾਂ ਦੀ ਨਹੀਂ ਕੀਤੀ ਔਰ ਇਸ ਦੇ ਵੇਰਵੇ ਜਿਹੜੇ ਨੇ ਇਸ ਆਰਟੀਕਲ ਦੇ ਵਿੱਚ ਦੱਸੇ ਗਏ ਨੇ ਔਰ ਤੁਹਾਡੇ ਸਾਹਮਣੇ ਰੱਖਣਾ ਜਿਹੜਾ ਹੈ ਇਹ ਵੀ ਬੜਾ ਜ਼ਰੂਰੀ ਸੀ। ਸੋ ਆਸ ਕਰਦੇ ਹਾਂ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ। ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਸਾਡੇ ਚੈਨਲ ਤੇ ਆ ਰਹੀਆਂ ਵੀਡੀਓਜ਼ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ। ਬਸ ਇਸੇ ਤਰ੍ਹਾਂ ਹੀ ਜੁੜੇ ਰਹੋ, ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵਧਾਉਂਦੇ ਰਹੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।